ਕਰੋਨਾ ਮਹਾਮਾਰੀ ਦੇ ਇਸ ਕਾਲੇ ਦੌਰ ਦੇ ਵਿੱਚ ਇੱਕ ਹੋਰ ਜਿਹੜੀ ਪ੍ਰੋਬਲਮ ਆ, ਬਿਮਾਰੀ ਆ, ਉਹ ਨਿਕਲ ਕੇ ਸਾਹਮਣੇ ਆਈ ਆ, ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਦਹਿਸ਼ਤ ਉਹ ਦੇਖਣ ਨੂੰ ਮਿਲ ਰਹੀ ਆ। ਇਹ ਬਿਮਾਰੀ ਆ ਬਲੈਕ ਫੰਗਸ। ਅਤੇ ਬਲੈਕ ਫੰਗਸ ਦੇ ਨਾਲ ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਆ ਉਹ ਜਾ ਚੁੱਕੀ ਆ ਅਤੇ ਬਹੁਤ ਸਾਰੇ ਲੋਕਾਂ ਦੀ ਡੈਥ ਵੀ ਹੋਈ ਆ। ਅਤੇ ਜ਼ਿਆਦਾਤਰ ਇਹ ਜਿਹੜੀ ਆ ਉਹ ਅੱਖਾਂ ਦੇ ਉੱਤੇ ਅਸਰ ਕਰਦੀ ਆ। ਇਸ ਲਈ ਆਪਣੇ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਐਚ ਮਿੱਤਰਾ ਦੇ ਕੋਲ, ਜੋ ਕਿ ਸਪੈਸ਼ਲਿਸਟ ਨੇ ਆਈਜ਼ ਦੇ। ਅਤੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਨਵਰੰਗ। ਥੈਂਕ ਯੂ ਜੀ। ਥੈਂਕ ਯੂ। ਡਾਕਟਰ ਸਾਹਿਬ, ਬਲੈਕ ਫੰਗਸ ਦੀ ਗੱਲ ਕਰਦੇ ਹਾਂ। ਇੱਕਦਮ ਹੁਣ ਇਹ ਕੇਸ ਨਿਕਲ ਕੇ ਸਾਹਮਣੇ ਆਏ ਨੇ। ਇਹਨੂੰ ਜਿਹੜਾ ਇੱਕ ਮਹਾਮਾਰੀ ਦੇ ਤੌਰ 'ਤੇ ਵੀ ਐਲਾਨ ਕੀਤਾ ਜਾ ਚੁੱਕਾ ਆ। ਇਹਦੀਆਂ ਮੈਡੀਸਨ ਲਈ ਵੀ ਗੌਰਮੈਂਟ ਵੱਲੋਂ ਗਾਈਡਲਾਈਨਸ ਆ ਗਈਆਂ ਕਿ ਆਪਣੀ ਮੈਡੀਸਨ ਹਰੇਕ ਹੌਸਪੀਟਲਸ ਦੇ ਵਿੱਚ ਜਿਹੜੀ ਆ ਪੂਰੀ ਹੋਣੀ ਚਾਹੀਦੀ ਆ। ਇੱਦਾਂ ਦਾ ਬਹੁਤ ਕੁਛ ਜਿਹੜਾ ਆ ਗੌਰਮੈਂਟ ਵੱਲੋਂ ਸਟੈਪ ਲਏ ਗਏ ਨੇ। ਪਹਿਲਾਂ ਜਿਹੜਾ ਕੁਐਸਚਨ ਆ ਹਰ ਇੱਕ ਸਾਡੇ ਦਰਸ਼ਕ ਦੇ ਮਨ ਦੇ ਵਿੱਚ ਆ ਕਿ ਬਲੈਕ ਫੰਗਸ ਹੈ ਕੀ? ਬਲੈਕ ਫੰਗਸ ਦੇਖੋ, ਇੱਕ ਤਰ੍ਹਾਂ ਜਿਸ ਤਰ੍ਹਾਂ ਬਹੁਤ ਸਾਰੀਆਂ ਇਨਫੈਕਸ਼ਨ ਆਪਣੇ ਸਰੀਰ ਦੇ ਵਿੱਚ ਹੋ ਜਾਂਦੀਆਂ, ਬੈਕਟੀਰੀਆ, ਵਾਇਰਸ, ਫੰਗਸ ਹੁੰਦੀ ਜਿੱਦਾਂ ਆਪਾਂ ਲੇਮੈਨ ਦੀ ਟਰਮ 'ਚ ਕਹਿੰਦੇ ਉਰਲੀ, ਜਿਹਨੂੰ ਉਰਲੀ ਲੱਗ ਗਈ। ਜਿੱਦਾਂ ਤੁਸੀਂ ਦੇਖਿਆ ਹੋਣਾ ਬ੍ਰੈਡ ਪਈ ਹੁੰਦੀ ਜਾਂ ਬਾਹਰ ਕੋਈ ਪੱਤੇ ਪਏ ਹੁੰਦੇ ਆ, ਕੁਛ ਦਿਨ ਬਾਅਦ ਉਹ ਕਾਲੇ ਜਿਹੇ ਹੋ ਕੇ ਗਲਣੇ ਸੜਨੇ ਸ਼ੁਰੂ ਹੋ ਜਾਂਦੇ ਆ। ਉਹ ਇੱਕ ਉਹਨਾਂ ਨੂੰ ਉਰਲੀ ਲੱਗਦੀ ਹੈ। ਇਹ ਇੱਕ ਨੈਚੁਰਲ ਮੈਕੈਨਿਜ਼ਮ ਹੈ, ਜਿਸ ਤਰ੍ਹਾਂ ਬਾਹਰ ਪਈਆਂ ਚੀਜ਼ਾਂ ਨੂੰ ਖ਼ਤਮ ਕਰਨ ਦਾ, ਡੀਕੇ ਕਹਿੰਦੇ ਅਸੀਂ ਖ਼ਤਮ ਕਰਨ ਦਾ। ਇਹ ਨਹੀਂ ਹੈ ਕਿ ਇਹ ਫੰਗਸ ਪਹਿਲਾਂ ਨਹੀਂ ਸੀਗੀ, ਪਹਿਲਾਂ ਵੀ ਸੀ। ਲੇਕਿਨ ਕੀ ਹੁੰਦਾ ਕਿ ਜਦੋਂ ਆਪਣੀ ਬਾਡੀ ਦੇ ਵਿੱਚ ਅਗਰ ਇਹ ਫੰਗਸ ਇਹ ਇਨਵਾਇਰਮੈਂਟ ਵਿੱਚ ਪਾਈ ਜਾਂਦੀ ਹੈ, ਨਾਰਮਲੀ ਆਪਣੇ ਇਨਵਾਇਰਮੈਂਟ 'ਚ ਫੰਗਸ ਹੁੰਦੀ ਹੈ। ਜਦੋਂ ਕਿਤੇ ਬਾਡੀ ਦੇ ਵਿੱਚ ਅਗਰ ਆਪਣੇ ਇਨਫੈਕਸ਼ਨ ਹੋਣ ਦਾ ਖਤਰਾ ਹੁੰਦਾ ਤਾਂ ਆਪਣੀ ਬਾਡੀ ਦੀ ਇਮਿਊਨ ਸਿਸਟਮ ਜਿਹੜਾ ਉਸ ਨੂੰ ਇਹ ਆਪਣੇ ਸਰੀਰ ਦੇ ਵਿੱਚ ਗਰੋ ਨਹੀਂ ਕਰਨ ਦਿੰਦਾ। ਪਰ ਹੁਣ ਇਹ ਹੀ ਦੇਖਿਆ ਜਾ ਰਿਹਾ, ਕੋਵਿਡ ਦੇ ਜਿਹੜੇ ਪੇਸ਼ੈਂਟ ਹੈ ਉਹਨਾਂ ਨੂੰ ਸਟੀਰੋਇਡ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ, ਤਾਂ ਖਾਸ ਕਰਕੇ ਉਹ ਪੇਸ਼ੈਂਟ ਜਿਹੜੇ ਡਾਇਬਟਿਕ ਹੈ, ਜਿਨ੍ਹਾਂ ਨੂੰ ਸ਼ੂਗਰ ਦੀ ਤਕਲੀਫ ਹੈ ਜਾਂ ਕਿਸੇ ਹੋਰ ਤਰ੍ਹਾਂ ਦੀ ਆਟੋਇਮਿਊਨ ਡਿਜ਼ੀਜ਼ ਹੈ, ਜਾਂ ਜਿਸ ਤਰ੍ਹਾਂ ਦੀ ਕੋਈ ਵੀ ਬਿਮਾਰੀ ਜਿਸ ਦੇ ਵਿੱਚ ਇਮਿਊਨਿਟੀ ਜਿਹੜੀ ਬੰਦੇ ਦੀ ਲੋਅ ਹੋ ਜਾਂਦੀ ਹੈ, ਕੋਈ ਬਲੱਡ ਕੈਂਸਰ ਹੈ, ਤਾਂ ਜਦੋਂ ਇਮਿਊਨਿਟੀ ਲੋਅ ਹੋਊਗੀ ਤਾਂ ਇਹ ਫੰਗਸ ਦੀ ਜਿਹੜੀ ਤਾਕਤ ਹੈ ਉਹ ਵੱਧ ਜਾਂਦੀ ਹੈ ਅਤੇ ਇਹ ਆਪਣੇ ਸਰੀਰ ਦੇ ਵਿੱਚ ਗਰੋ ਕਰਨਾ ਸ਼ੁਰੂ ਕਰ ਦਿੰਦੀ ਹੈ। ਤਾਂ ਇਸ ਤਰ੍ਹਾਂ ਇਹ ਇਹਦੀ ਜਿਹੜੀ ਖਾਸੀਅਤ ਇਹ ਹੈ ਕਿ ਇਹ ਵਿਦਿਨ 4-5 ਡੇਜ਼ ਦੇ ਅੰਦਰ ਬਹੁਤ ਜ਼ਿਆਦਾ ਤੇਜ਼ੀ ਨਾਲ ਗਰੋ ਕਰ ਜਾਂਦੀ ਹੈ। ਇਹਦੀ ਜਿਹੜੀ ਕਈ ਤਰ੍ਹਾਂ ਦੀ ਟਾਈਪਸ ਵੀ ਹੁੰਦੀ ਹੈ ਫੰਗਸ ਦੀ। ਜਿਸ ਤਰ੍ਹਾਂ ਮੇਨਲੀ ਜਿਹੜਾ ਇਹ ਅੱਖਾਂ ਦੇ ਵਿੱਚ ਕਿਉਂ ਹੈ ਕਿ ਕਿਸੇ ਜਗ੍ਹਾ 'ਤੇ ਵੀ ਹੋ ਸਕਦੀ ਹੈ। ਜ਼ਿਆਦਾਤਰ ਰਾਈਨੋ ਸੈਰੀਬਰਲ ਸਾਈਨਸਿਸ ਹੁੰਦੇ ਆ, ਜਿਹਨੂੰ ਅਸੀਂ ਕਹਿੰਦੇ ਹਾਂ ਆਪਣੇ ਸਕਲ ਬੋਨ ਦੇ ਵਿੱਚ ਕੁਛ ਕੈਵਿਟੀਜ਼ ਹੁੰਦੀਆਂ ਬਣੀਆਂ। ਅੱਖ ਦੇ ਪਿੱਛੇ ਹੋ ਗਈ, ਅੱਖ ਦੇ ਨੀਚੇ ਹੋ ਗਈ, ਆਪਣੇ ਮੱਥੇ 'ਤੇ ਹੋ ਗਈ। ਜਦੋਂ ਆਪਾਂ ਸਾਹ ਲੈਂਦੇ ਹਾਂ ਤਾਂ ਕੀ ਹੁੰਦਾ, ਫੰਗਸ ਇਨਵਾਇਰਮੈਂਟ ਦੇ ਵਿੱਚੋਂ ਜਾ ਕੇ ਉਹ ਸਾਈਨਸਿਸ ਦੇ ਵਿੱਚ ਜਾ ਕੇ ਗਰੋ ਕਰਨਾ ਸ਼ੁਰੂ ਕਰ ਦਿੰਦੀ ਹੈ। ਤਾਂ ਜੇ ਇਮਿਊਨਿਟੀ ਲੋਅ ਹੈ ਕਿਸੇ ਤਰ੍ਹਾਂ ਨਾਲ, ਜਿਸ ਤਰ੍ਹਾਂ ਕੋਵਿਡ ਦੇ ਵਿੱਚ ਦੇਖਿਆ ਜਾਂਦਾ ਬੰਦੇ ਦੀ ਇਮਿਊਨਿਟੀ ਜਿਹੜੀ ਹੈ ਕਾਫੀ ਲੋਅ ਹੋ ਜਾਂਦੀ ਹੈ, ਤਾਂ ਉੱਥੇ ਇਹ ਬੜੀ ਤੇਜ਼ੀ ਨਾਲ ਗਰੋ ਕਰਨਾ ਸ਼ੁਰੂ ਕਰ ਦਿੰਦੀ ਹੈ। ਤਾਂ ਇਹੀ ਨਹੀਂ ਹੈ ਕਿ ਇਕੱਲਾ ਇਹ ਅੱਖਾਂ ਨੂੰ ਇਫੈਕਟ ਕਰਦੀ ਹੈ। ਇਹ ਜਿਹੜੀ ਫੰਗਸ ਹੈਗੀ ਹੈ ਇਹ ਆਪਣੀ ਸਕਿਨ 'ਤੇ ਵੀ ਹੋ ਸਕਦੀ ਹੈ, ਆਪਣੇ ਫੇਫੜੇ ਲੰਗਸ ਦੇ ਵਿੱਚ ਵੀ ਹੋ ਸਕਦੀ ਹੈ, ਬਲੱਡ ਦੇ ਵਿੱਚ ਵੀ ਹੋ ਸਕਦੀ ਹੈ, ਆਪਣੇ ਇੰਟੈਸਟਾਈਨ ਜਿਹੜਾ ਇੰਟੈਸਟਾਈਨ ਆਪਣਾ ਜਿੱਥੇ ਆਪਾਂ ਖਾਣਾ ਖਾਂਦੇ ਹਾਂ ਉਹਦੇ ਵਿੱਚ ਵੀ ਹੋ ਸਕਦੀ ਹੈ। ਤਾਂ ਮੇਨਲੀ ਸਭ ਤੋਂ ਜਿਹੜਾ ਕਾਮਨ ਇਫੈਕਟ ਦੇਖਿਆ ਜਾ ਰਿਹਾ ਉਹ ਇਹੀ ਹੈ ਵੀ ਅੱਖਾਂ ਦੇ ਆਸ-ਪਾਸ ਰਾਈਨੋ ਸੈਰੀਬਰਲ ਸਾਈਨਸਿਸ ਦੇ ਵਿੱਚ ਪਾਈ ਜਾ ਰਹੀ ਹੈ। ਜਿੱਥੇ ਇਹ ਅੱਖਾਂ 'ਤੇ ਇਫੈਕਟ ਕਰਦੀ ਆ, ਇਹਦੇ ਨਾਲ ਬਹੁਤ ਸਾਰੀ ਕੈਜੁਅਲਟੀਜ਼ ਵੀ ਹੋਈਆਂ ਹੈ ਜਿਹੜੀਆਂ, ਅਤੇ ਕੀ ਕਾਰਨ ਆ ਕਿ ਜਿਹੜਾ ਇਹਦੇ ਨਾਲ ਬੰਦੇ ਦੀ ਡੈਥ ਵੀ ਹੁੰਦੀ ਆ? ਜਿਹੜਾ ਅੱਖ ਦਾ ਪਿਛਲਾ ਪਾਸਾ ਹੈ ਨਾ ਅੱਖ ਦਾ, ਉਹ ਆਪਣੇ ਬਹੁਤ ਇੱਕ ਛੋਟੀ ਜਿਹੀ ਪਤਲੀ ਜਿਹੀ ਬੋਨ ਹੁੰਦੀ ਹੈ ਜਿਸ ਦੇ ਥਰੂ ਉਹ ਬ੍ਰੇਨ ਦੇ ਨਾਲ ਕਨੈਕਟਡ ਹੁੰਦਾ। ਤਾਂ ਇਹ ਫੰਗਸ ਇੱਕ ਉਰਲੀ ਹੈ, ਜਿਸ ਤਰ੍ਹਾਂ ਉਰਲੀ ਲੱਗ ਜਾਂਦੀ ਹੈ, ਆਪਾਂ ਲੇਮੈਨ ਦੀ ਟਰਮ 'ਚ ਕਹਿੰਦੇ ਹਾਂ, ਬੜੀ ਤੇਜ਼ੀ ਦੇ ਨਾਲ ਬ੍ਰੇਨ ਦੇ ਵਿੱਚ ਗਰੋ ਕਰਨਾ ਸ਼ੁਰੂ ਕਰ ਦਿੰਦੀ ਹੈ। ਸਾਰੇ ਸਾਈਨਸਿਸ ਦੇ ਵਿੱਚ ਗਰੋ ਕਰਨਾ ਚਾਹੀਦਾ, ਆਪਣੀ ਅੱਖ ਦੇ ਵਿੱਚ ਗਰੋ ਕਰਨਾ ਸ਼ੁਰੂ। ਜਦੋਂ ਇਹ ਬ੍ਰੇਨ ਦੇ ਵਿੱਚ ਚਲੀ ਜਾਂਦੀ ਹੈ ਉਸ ਟਾਈਮ ਇਹ ਸੀਰੀਅਸ ਆਪਣਾ ਰੂਪ ਜਿਹੜਾ ਅਖਤਿਆਰ ਕਰ ਲੈਂਦੀ ਹੈ। ਤਾਂ ਇਸੇ ਕਰਕੇ ਇਹੀ ਕਿਹਾ ਜਾਂਦਾ ਵੀ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਲੱਛਣ ਇਹਦੇ 'ਚ ਲੱਛਣ ਕੀ ਪਾਏ ਜਾਂਦੇ ਆ, ਮੇਨਲੀ ਕੀ ਹੁੰਦਾ, ਇੱਕ ਸਾਈਡ ਦੇ ਵਿੱਚ ਆਪਣੇ ਅੱਖ ਦੇ ਵਿੱਚ ਤੁਹਾਨੂੰ ਸਵੈਲਿੰਗ ਹੋ ਜਾਏਗੀ, ਪੇਨਫੁਲ ਹੋ ਜਾਏਗੀ। ਪੇਸ਼ੈਂਟ ਕਈ ਵਾਰੀ ਹੈਡੇਕ ਕੰਪਲੇਂਟ ਕਰਦੇ ਆ। ਜੇ ਨੱਕ ਦੇ ਵਿੱਚ ਜਾਏਗੀ ਤਾਂ ਨੇਜ਼ਲ ਕੰਜੈਸ਼ਨ, ਜਿੱਦਾਂ ਸਾਹ ਲੈਣ 'ਚ ਇੱਕ ਪਾਸੇ ਉਹਨੂੰ ਮੁਸ਼ਕਿਲ ਆਏਗੀ ਬੰਦੇ ਨੂੰ, ਜਾਂ ਕਈ ਵਾਰੀ ਜਿੱਦਾਂ ਨੱਕ ਬੰਦਾ ਸਾਫ਼ ਕਰਦਾ ਤਾਂ ਵਿੱਚ ਉਹਦੇ ਬਲੱਡ ਵੀ ਆ ਸਕਦਾ,
ਇਸ ਤਰ੍ਹਾਂ ਦੀ ਅਗਰ ਕੋਈ ਵੀ ਕੰਪਲੇਂਟ ਹੋਵੇ ਤਾਂ ਇਮੀਡੀਏਟਲੀ ਉਹਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜਿੱਦਾਂ ਆਪਾਂ ਕਹਿ ਲੈਂਦੇ ਜਿਹੜਾ ਕੋਵਿਡ ਆ ਉਹ ਇੱਕ ਤੋਂ ਦੂਜੇ ਨੂੰ ਫੈਲਦਾ ਆ। ਜਿਹੜੀ ਬਲੈਕ ਫੰਗਸ ਆ ਇਹਦੇ ਵਿੱਚ ਇਹ ਵੀ ਹੁੰਦਾ ਕਿ ਉਹ ਵੀ ਇੱਕ ਦੂਜੇ ਨੂੰ ਜੇ ਬੰਦਾ ਨਾਲ ਕਿਸੇ ਨੂੰ ਟੱਚ ਕਰਦਾ ਜਾਂ ਉਹਦੇ ਕੰਟੈਕਟ ਦੇ ਵਿੱਚ ਆ ਜਾਂਦਾ ਕਿ ਜਿਹੜੀ ਫੰਗਸ ਆ ਇਹਦਾ ਫੈਲਦੀ ਆ। ਫੰਗਸ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਇਹ ਇੱਕ এনवायरमेंट ਦੇ ਵਿੱਚ ਪਾਈ ਜਾਂਦੀ ਹੈ। ਜੇ ਬੰਦਾ ਸਾਹ ਲੈਂਦਾ ਉਹਦੇ ਨਾਲ ਇਸ ਤਰ੍ਹਾਂ ਨਹੀਂ ਫੈਲਦੀ, ਕਿਸੇ ਨੂੰ ਟੱਚ ਕਰਨ ਨਾਲ ਨਹੀਂ ਫੈਲੇਗੀ। ਅਗਰ ਸਕਿਨ ਦੇ ਵਿੱਚ ਹੈਗੀ ਹੈ ਕਿਸੇ ਦੇ ਫੰਗਸ ਤੇ ਦੂਸਰੇ ਪੇਸ਼ੈਂਟ ਦੀ ਇਮਿਊਨਿਟੀ ਲੋ ਹੈ ਤਾਂ ਇਹ ਉਸ ਪੇਸ਼ੈਂਟ ਨੂੰ ਹੋ ਸਕਦੀ ਹੈ। ਲੇਕਿਨ ਨਾਰਮਲ ਇੱਕ ਚੰਗੀ ਖੁਰਾਕ ਜਿਹੜਾ ਬੰਦਾ ਲੈ ਰਿਹਾ ਹੈ ਜਾਂ ਚੰਗਾ ਹੈਲਦੀ ਪਰਸਨ ਹੈ ਉਹਦੀ ਇਮਿਊਨਿਟੀ ਇੰਨੀ ਹੁੰਦੀ ਹੈ ਉਹਦੇ ਵਿੱਚ ਇਹ ਗਰੋ ਨਹੀਂ ਕਰਦੀ। ਕਰੋਨਾ ਪੇਸ਼ੈਂਟਸ ਦੇ ਵਿੱਚ ਹੋ ਰਹੀ ਹੈ ਜ਼ਿਆਦਾਤਰ। ਇਹ ਕੀ ਆਇਆ ਕਿ ਇੱਕਦਮ ਜਿਹੜਾ ਆ ਹੁਣ ਇਹ ਕਰੋਨਾ ਤੋਂ ਬਾਅਦ ਹੀ ਨਿਕਲ ਕੇ ਬਾਹਰ ਆਈ ਆ। ਬੇਸ਼ੱਕ ਹੋਏਗੀ ਪਹਿਲਾਂ ਬਹੁਤ ਘੱਟ ਹੋਏਗੀ, ਇੱਕਦਮ ਵਧੀ ਆ ਇਹ ਕਿ ਕਿਹਾ ਜਾਂਦਾ ਕਿ ਸਟੀਰੋਇਡ ਜਾਂ ਆਪਾਂ ਕਹਿ ਲੈਂਦੇ ਹਾਂ ਕਿ ਹੋਰ ਜਿਹੜੀਆਂ ਇੱਦਾਂ ਦੀਆਂ ਦਵਾਈਆਂ ਕਰੋਨਾ ਦੇ ਵਿੱਚ ਦਿੱਤੀਆਂ ਜਾਂਦੀਆਂ ਜਿਹਦੇ ਤੋਂ ਇਹ ਹੋ ਰਹੀ ਆ ਤੇ ਉਹਨੂੰ ਘਟਾਉਣ ਦੇ ਲਈ ਵੀ ਗਵਰਨਮੈਂਟ ਵੱਲੋਂ ਕਿਹਾ ਗਿਆ ਕਿ ਗੈਰ ਫਜ਼ੂਲ ਜਿਹੜੀਆਂ ਦਵਾਈਆਂ ਨਾ ਦਿੱਤੀਆਂ ਜਾਣ। ਤੁਸੀਂ ਇਹਦੇ ਬਾਰੇ ਕਹਿੰਦੇ? ਉਹੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਮਿਊਨਿਟੀ ਜਿਹੜੀ ਹੈ ਕੁਛ ਇੱਕ ਦਵਾਈਆਂ ਕਰੋਨਾ ਦੇ ਵਿੱਚ ਦੇਣੀਆਂ ਜ਼ਰੂਰੀ ਹੋ ਜਾਂਦੀ ਹੈ, ਲਾਈਫ ਥ੍ਰੈਟਨਿੰਗ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਸਟੀਰੋਇਡ ਟੈਬਲੇਟਸ। ਸਟੀਰੋਇਡ ਟੈਬਲੇਟ ਜਿਹੜੀਆਂ ਇੱਕ ਕਰੋਨਾ ਦਾ ਇੱਕ ਫੇਜ਼ ਹੁੰਦਾ, ਜਿੱਦਾਂ ਪਹਿਲਾ ਹਫਤਾ ਅਸੀਂ ਕਹਿੰਦੇ ਹਾਂ ਇਨਫੈਕਟਿਵ ਫੇਜ਼ ਹੈ, ਉਸ ਤੋਂ ਬਾਅਦ ਉਹਦਾ ਇਨਫਲੇਮੇਟਰੀ ਫੇਜ਼ ਹੁੰਦਾ ਜਿਹਦੇ ਵਿੱਚ ਕੀ ਹੁੰਦਾ ਆਪਣੇ ਲੰਗਸ ਦੇ ਵਿੱਚ ਸਵੈਲਿੰਗ ਆ ਜਾਂਦੀ ਹੈ, ਜਾਂ ਜਿਹੜਾ ਸੀਰੀਅਸ ਫੇਜ਼ ਹੁੰਦਾ ਉਸ ਦੇ ਵਿੱਚ ਕੁਛ ਇੱਕ ਦਵਾਈਆਂ ਸਟੀਰੋਇਡ ਦੇਣੀਆਂ ਜ਼ਰੂਰੀ ਹੋ ਜਾਂਦੀਆਂ। ਸੋ ਅਗਰ ਪਹਿਲਾਂ ਹੀ ਪੇਸ਼ੈਂਟ ਨੂੰ ਕੋਈ ਪੇਸ਼ੈਂਟ ਇਮਿਊਨਿਟੀ ਲੋ ਹੈ, ਜਿਸ ਤਰ੍ਹਾਂ ਸ਼ੂਗਰ ਦਾ ਪੇਸ਼ੈਂਟ ਹੈ ਜਾਂ ਕੋਈ ਕਿਸੇ ਨੂੰ ਕੋਈ ਬਲੱਡ ਕੈਂਸਰ ਹੈ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਮੋਰਬਿਡਿਟੀ ਹੈਗੀ ਹੈ, ਤਾਂ ਉਹਦੀ ਜਿਹੜੀ ਇਮਿਊਨਿਟੀ ਪਹਿਲਾਂ ਹੀ ਲੋ ਹੁੰਦੀ ਹੈ। ਸਟੀਰੋਇਡ ਕੀ ਕਰਦੇ ਆ ਆਪਣੀ ਇਮਿਊਨਿਟੀ ਨੂੰ ਲੋ ਕਰਦੇ ਆ, ਜਿਹੜੀ ਆਪਣੀ ਨੈਚੁਰਲ ਇਮਿਊਨਿਟੀ ਆ ਉਹਨੂੰ ਲੋ ਕਰਦੇ ਆ। ਤਾਂ ਜਦੋਂ ਇਮਿਊਨਿਟੀ ਲੋ ਹੋ ਜਾਊਗੀ, ਪਹਿਲਾਂ ਹੀ ਪੇਸ਼ੈਂਟ ਦੀ ਇਮਿਊਨਿਟੀ ਲੋ ਹੈ, ਕੋਵਿਡ ਦੇ ਕਾਰਨ ਵੀ ਲੋ ਹੋ ਗਈ, ਇਹ ਸਾਰੇ ਜਿਹੜੇ ਫੈਕਟਰ ਮਿਲ ਕੇ ਜਦੋਂ ਇਮਿਊਨਿਟੀ ਲੈਵਲ ਤੋਂ ਥੱਲੇ ਚਲੀ ਜਾਂਦੀ ਹੈ ਤਾਂ ਜਿਹੜੀ এনवायरमेंट ਦੇ ਵਿੱਚ ਫੰਗਸ ਹੈ ਜਿਹਨੂੰ ਨਾਰਮਲ ਆਪਣੀ ਬਾਡੀ ਗਰੋ ਨਹੀਂ ਕਰਨ ਦਿੰਦੀ, ਉਸ ਨੂੰ ਇਹ ਬਾਡੀ ਆਪਣੀ ਨਹੀਂ ਰੋਕ ਪਾਉਂਦਾ ਇਮਿਊਨ ਸਿਸਟਮ, ਇਹ ਗਰੋ ਕਰਨਾ ਸ਼ੁਰੂ ਕਰ ਦਿੰਦੀ, ਜਿਸ ਦੇ ਕਾਰਨ ਇਨਫੈਕਸ਼ਨ ਦਾ ਚਾਂਸ ਹੋ ਜਾਂਦਾ। ਵੈਕਸੀਨੇਸ਼ਨ ਜਿਹੜੀ ਆ ਉਹ ਵੀ ਇਹਨੂੰ ਰੋਕਣ ਦੇ ਵਿੱਚ ਸਹਾਈ ਹੁੰਦੀ ਆ। ਜਿਹੜੀ ਆਪਾਂ ਕੋਵਿਡ ਤੋਂ ਲਗਵਾ ਰਹੇ ਆ, ਵੈਕਸੀਨੇਸ਼ਨ ਦੇ ਨਾਲ ਵੀ ਚਾਂਸਸ ਹੈ ਕਿ ਉਹਨੂੰ ਬਲੈਕ ਫੰਗਸ ਵੀ ਘੱਟ ਹੋਏਗੀ? ਚਾਂਸ ਨੇ ਵੈਕਸੀਨੇਸ਼ਨ ਦੇ ਨਾਲ ਦੇਖੋ, ਜਿਸ ਤਰ੍ਹਾਂ ਦੇਖਣ 'ਚ ਇਹ ਆਏਗਾ ਕਿ ਵੈਕਸੀਨੇਸ਼ਨ ਦੇ ਨਾਲ ਕਰੋਨਾ ਦੀ ਜਿਹੜੀ ਤਾਦਾਦ ਘਟ ਜਾਏਗੀ, ਕਰੋਨਾ ਹੋਣ ਦੇ ਇਨਫੈਕਸ਼ਨ ਚਾਂਸਸ ਘਟਣਗੇ, ਉਹਦੇ ਅਕੋਰਡਿੰਗਲੀ ਆਪਾਂ ਕਹਿ ਸਕਦੇ ਹਾਂ। ਲੇਕਿਨ ਵੈਕਸੀਨੇਸ਼ਨ ਦਾ ਐਜ਼ ਸੱਚ ਡਾਇਰੈਕਟ ਇਫੈਕਟ ਇਸ ਦੇ ਉੱਤੇ ਨਹੀਂ ਹੈ, ਕਿਉਂਕਿ ਫੰਗਸ ਇਨਫੈਕਸ਼ਨ ਹੈ। ਜਿਹੜੀ ਵਾਇਰਸ ਦੀ ਆਪਾਂ ਵੈਕਸੀਨੇਸ਼ਨ ਕਰੀ ਦੀ ਆ ਉਹ ਐਂਟੀ ਵਾਇਰਲ ਵੈਕਸੀਨੇਸ਼ਨ ਹੈ। ਫੰਗਸ ਇੱਕ ਅਲੱਗ ਚੀਜ਼ ਹੈ, ਵਾਇਰਸ ਅਲੱਗ ਚੀਜ਼ ਹੈ। ਵੈਕਸੀਨੇਸ਼ਨ ਦਾ ਡਾਇਰੈਕਟਲੀ ਫੰਗਸ ਦੇ ਉੱਤੇ ਕੋਈ ਇਫੈਕਟ ਨਹੀਂ। ਬਹੁਤ ਜਗ੍ਹਾ ਤੋਂ ਸੁਣਨ ਨੂੰ ਆਇਆ ਕਿ ਕਈ ਤਰ੍ਹਾਂ ਦੀ ਵੈਕਸੀਨ ਜਿਹੜੀ ਆ ਜਾਂ ਇਹ ਕਹਿ ਲਓ ਫੰਗਸ ਨਾਲ ਰਿਲੇਟਡ ਟੀਕੇ ਆ ਜਾਂ ਕੁਝ ਉੱਦਾਂ ਦੇ ਡਾਕਟਰਸ ਵੱਲੋਂ ਜਿਹੜੇ ਕਹਿ ਦਿੱਤੇ ਜਾਂਦੇ ਆ, ਉਹ ਲੋਕਾਂ ਵੱਲੋਂ ਸਟੋਰ ਕੀਤੇ ਜਾ ਰਹੇ ਨੇ, ਜਾਂ ਕੁਝ ਲੋਕ ਟੀਕਾ ਲਗਵਾਉਣ ਨੂੰ ਪਹਿਲ ਕਰ ਰਹੇ ਨੇ ਜਾਂ ਉਸ ਬਾਰੇ ਪੁੱਛ ਰਹੇ ਨੇ, ਪਤਾ ਕਰ ਰਹੇ ਨੇ ਕਿ ਕੋਈ ਇੱਦਾਂ ਦੀ ਮੈਡੀਸਨ ਹੈ ਕਿ ਪਹਿਲਾਂ ਲਗਵਾ ਕੇ ਵੀ ਬਚਿਆ ਜਾ ਸਕਦਾ ਹੈ। ਨਹੀਂ, ਬਲੈਕ ਫੰਗਸ ਤੋਂ ਨਹੀਂ ਆਪਾਂ ਬਚ ਸਕਦੇ। ਬਲੈਕ ਫੰਗਸ ਤੋਂ ਜਦੋਂ ਹੋਏਗੀ ਉਹ ਇਸੇ ਕਰਕੇ ਹੋਏਗੀ, ਅਗਰ ਤੁਹਾਨੂੰ ਕਰੋਨਾ ਹੋ ਜਾਂਦਾ ਜਾਂ ਕਿਸੇ ਵਜ੍ਹਾ ਨਾਲ ਇਮਿਊਨਿਟੀ ਡਾਊਨ ਹੋ ਜਾਂਦੀ ਹੈ, ਇਹ ਪ੍ਰੋਬਲਮ ਪਹਿਲਾਂ ਵੀ ਸੀ ਕਰੋਨਾ ਤੋਂ। ਕਿਸੇ ਪੇਸ਼ੈਂਟ ਦੀ ਅਗਰ ਇਮਿਊਨਿਟੀ ਡਾਊਨ ਹੈ ਤਾਂ ਉਹਨੂੰ ਬਲੈਕ ਫੰਗਸ ਹੋ ਸਕਦੀ ਹੈ। ਇਸ ਤਰ੍ਹਾਂ ਦੀ ਪ੍ਰੀਵੈਂਟਿਵ ਮੈਡੀਸਨ ਐਜ਼ ਸੱਚ ਹਜੇ ਤੱਕ ਕੋਈ ਨਹੀਂ ਹੈ। ਸਿਰਫ ਡਾਈਟ ਦਾ ਜ਼ਰੂਰ ਹੈ ਕਿ ਆਪਣੀ ਡਾਈਟ ਅਗਰ ਬੰਦਾ ਪ੍ਰੋਪਰ ਲੈਂਦਾ ਰਹੇ, ਕਿਉਂਕਿ ਜਦੋਂ ਬੰਦੇ ਨੂੰ ਵਾਇਰਲ ਫੀਵਰ ਕੁਝ ਵੀ ਹੁੰਦਾ ਤਾਂ ਉਹਦੀ ਸਭ ਤੋਂ ਪਹਿਲਾਂ ਭੁੱਖ ਮਰ ਜਾਂਦੀ ਹੈ। ਭੁੱਖ ਮਰੇਗੀ, ਡਾਈਟ ਨਹੀਂ ਪ੍ਰੋਪਰ ਹੋਏਗੀ, ਕੁਛ ਉਹਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਉਹ ਖਾ ਨਹੀਂ ਸਕਦਾ, ਅਤੇ ਇਮਿਊਨਿਟੀ ਹੋਰ ਲੋ ਹੋ ਜਾਂਦੀ ਹੈ। ਉਹ ਇੱਕ ਸੈਕੰਡਰੀ ਆਪਾਂ ਕਹਿ ਸਕਦੇ ਹਾਂ ਕੌਜ਼ ਬਣ ਸਕਦਾ, ਲੇਕਿਨ ਪ੍ਰਾਈਮਰੀਲੀ ਇਸ ਤਰ੍ਹਾਂ ਦੀ ਕੋਈ ਦਵਾਈ ਨਹੀਂ ਜਿਹੜੀ ਆਪਾਂ ਪਹਿਲਾਂ ਲੈ ਲਈਏ ਅਤੇ ਉਹਦੇ ਤੋਂ ਆਪਾਂ ਇਹਨੂੰ ਬਚਾ ਕਰ ਸਕੀਏ। ਡਾਕਟਰ ਸਾਹਿਬ, ਅਗਰ ਗੱਲ ਕਰਦੇ ਹਾਂ ਕਿ ਜਿਹੜੇ ਪੇਸ਼ੈਂਟ ਬਲੈਕ ਫੰਗਸ ਦੇ ਹੁਣ ਤੱਕ ਆ ਰਹੇ ਨੇ ਆਪਾਂ ਇੰਡੀਆ ਦੇ ਵਿੱਚ, ਜ਼ਿਆਦਾਤਰ ਇੰਡੀਆ ਦੇ ਵਿੱਚ ਹੀ ਇਸ ਟਾਈਮ ਤਾਂ ਆ ਰਹੇ ਨੇ, ਕਿੰਨੇ ਕੁ % ਰਿਕਵਰੀ ਰੇਟ ਆ ਕਿ ਕਿੰਨੇ ਕੁ % ਬੰਦੇ ਨੇ ਜਿਹੜੇ ਠੀਕ ਹੋ ਜਾਂਦੇ ਨੇ, ਜਾਂ ਕਿ ਜਿਨ੍ਹਾਂ ਦੀ ਆਈਜ਼ ਦੇ ਉੱਤੇ ਅਸਰ ਪੈਂਦਾ ਆ ਕਿ ਉਹਨਾਂ ਦੀ ਜਾਨ ਬਚ ਜਾਂਦੀ ਆ, ਜਾਂ ਕਿਸ ਤਰੀਕੇ ਨਾਲ ਇਹਨੂੰ ਦੇਖਦੇ ਹੋ ਤੁਸੀਂ? ਦੇਖੋ, ਬਲੈਕ ਫੰਗਸ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਜਿਹੜੀ ਗੱਲ ਹੈ ਉਹ ਇਹ ਹੈ ਵੀ ਜਿੰਨੀ ਜਲਦੀ ਆਪਾਂ ਡਾਕਟਰ ਦੀ ਕੰਸਲਟੇਸ਼ਨ ਕਰਾਂਗੇ ਉਨੇ ਜ਼ਿਆਦਾ ਰਿਕਵਰੀ ਦੇ ਚਾਂਸਸ ਬਹੁਤ ਹਾਈ ਹੈ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਿਦਿਨ 4-5 ਡੇਜ਼ ਇਹ ਇੱਕ ਬਹੁਤ ਜਾਨਲੇਵਾ ਸਾਬਤ ਹੋ ਜਾਂਦੀ ਹੈ, ਇੰਨੀ ਤੇਜ਼ੀ ਨਾਲ ਇਹ ਫੈਲਦੀ ਹੈ। ਇਹਦਾ ਨਾਰਮਲ ਜਿਹੜੀ ਸਟੱਡੀ ਹੈਗੀ ਹੈ ਉਹ ਇਹ ਕਹਿੰਦੀ 17% ਤੋਂ ਲੈ ਕੇ 59% ਤੱਕ ਇਹਦਾ ਮੋਰਟੈਲਿਟੀ ਰੇਟ ਹੈ। ਮਤਲਬ 17 ਅਗਰ ਫੰਗਸ ਹੋ ਜਾਂਦੀ ਪੇਸ਼ੈਂਟ ਨੂੰ, 17% ਤੋਂ ਲੈ ਕੇ 59% ਤੱਕ ਲੋਕਾਂ ਦੀ ਜਿਹੜੀ ਹੈ ਡੈਥ ਹੋਣ ਦੇ ਚਾਂਸਸ ਹੋ ਜਾਂਦੇ। ਸੋ ਬਹੁਤ ਸੀਰੀਅਸ ਪ੍ਰੋਬਲਮ ਹੈ। ਜਿੰਨਾ ਜਲਦੀ ਹੋ ਸਕੇ ਕੋਈ ਘਰ ਬੈਠ ਕੇ ਆਪਣਾ ਦੇਸੀ ਇਲਾਜ ਨਾ ਕਰੋ, ਡਾਕਟਰ ਦੀ ਸਲਾਹ ਲਓ। ਅੱਛੀ ਦਵਾਈ ਹੈਗੀ ਹੈ, ਜੇ ਇਮੀਡੀਏਟ ਦਿੱਤੀ ਜਾਵੇ
ਅਗਰ ਤੁਸੀਂ ਲੇਟ ਹੋਵੋਗੇ ਤਾਂ ਉਨੇ ਹੀ ਤੁਹਾਡਾ ਜਿਹੜਾ ਖਤਰਾ ਵੱਧ ਜਾਂਦਾ। ਕਰੋਨਾ ਜਿਸ ਨੂੰ ਹੋ ਗਿਆ, ਕਰੋਨਾ ਪੇਸ਼ੈਂਟ ਜਿਹੜਾ ਬਣ ਗਿਆ, ਉਸ ਤੋਂ ਬਾਅਦ ਉਹ ਕਿਹੜੀਆਂ ਚੀਜ਼ਾਂ ਦੇ ਉੱਤੇ ਮੇਨ ਖਾਸ ਖਿਆਲ ਰੱਖੇ ਕਿ ਅਗਰ ਉਹਨੂੰ ਕੁਝ ਇਦਾਂ ਦੇ ਸਿੰਪਟਮਸ ਆਉਂਦੇ ਆ ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਹੋ ਸਕਦਾ ਕਿ ਉਹਨੂੰ ਬਲੈਕ ਫੰਗਸ ਹੋਵੇ, ਜਾਂ ਇਹ ਨਾ ਹੋਵੇ ਕਿ ਉਹ ਬਿਲਕੁਲ ਹੀ ਵਹਿਮ ਦੇ ਵਿੱਚ ਰਹਿ ਜਾਏ, ਉਹਨੂੰ ਪਤਾ ਹੀ ਨਾ ਹੋਵੇ ਕਿ ਸਹੀ ਇਹਦੇ ਸਿੰਪਟਮਸ ਕੀ ਹੁੰਦੇ ਆ। ਇਸ ਲਈ ਇਹਨਾਂ ਦੇ ਕੀ ਸਿੰਪਟਮਸ ਨੇ ਜਿਸ ਤੋਂ ਪਤਾ ਲੱਗਦਾ ਆ, ਚਾਂਸਸ ਹੋ ਸਕਦੇ ਹੋ ਕਿ ਆਪਣੇ ਕਿਹੜੇ ਟੈਸਟ ਨੇ ਇਹਨਾਂ ਦੇ ਕਰਵਾਉਣ ਦੇ ਲਈ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ, ਜਦੋਂ ਬਲੈਕ ਫੰਗਸ ਦੇ ਚਾਂਸਸ ਹੁੰਦੇ ਆ, ਜੇ ਉਹ ਅੱਖਾਂ ਦੇ ਆਲੇ ਦੁਆਲੇ ਹੋਏਗੀ ਤਾਂ ਇੱਕ ਪਾਸੇ ਉਹਦੇ ਅੱਖ ਦੇ ਸਵੈਲਿੰਗ ਹੋ ਜਾਏਗੀ, ਨੱਕ ਦੇ ਵਿੱਚ ਉਹਦੇ ਕੰਜੈਸ਼ਨ ਹੋ ਜਾਏਗੀ, ਉਹਨੂੰ ਸਾਹ ਲੈਣ 'ਚ ਇੱਕ ਪਾਸੇ ਨੱਕ ਨੂੰ ਜਿੱਦਾਂ ਬੰਦ ਜਾ ਹੁੰਦਾ ਨੱਕ, ਇਸ ਤਰ੍ਹਾਂ ਦੀ ਫੀਲਿੰਗ ਹੋਏਗੀ। ਨੱਕ ਦੇ ਵਿੱਚੋਂ ਨੱਕ ਸਾਫ਼ ਕਰੇਗਾ ਤਾਂ ਬਲੱਡ ਵੀ ਆ ਸਕਦਾ ਉਹਦੇ। ਅਗਰ ਉਹਦੇ ਨੂੰ ਤੁਸੀਂ ਮੂੰਹ ਖੋਲ ਕੇ ਦੇਖੋ, ਅਸੀਂ ਪੈਲਟ ਕਹਿੰਦੇ ਹਾਂ, ਉੱਪਰਲਾ ਹਿੱਸਾ ਕਈ ਵਾਰ ਉਹਦੇ ਵਿੱਚ ਕਾਲਾਪਨ ਤੁਹਾਨੂੰ ਦਿਖਾਈ ਦੇ ਸਕਦਾ। ਤਾਂ ਇੱਕ ਤਾਂ ਇਹ ਹੈ। ਦੂਜਾ, ਇਹ ਫੰਗਸ ਸਿਰਫ ਇਸੀ ਏਰੀਏ 'ਚ ਨਹੀਂ, ਲੰਗਸ ਦੇ ਵਿੱਚ ਵੀ ਹੋ ਸਕਦੀ ਹੈ, ਆਪਣੇ ਫੇਫੜਿਆਂ 'ਚ। ਅਗਰ ਫੇਫੜਿਆਂ 'ਚ ਹੋਏਗੀ ਤਾਂ ਸਾਹ ਲੈਣ ਦੇ ਵਿੱਚ ਪ੍ਰੋਬਲਮ ਆਏਗੀ ਪੇਸ਼ੈਂਟ ਨੂੰ। ਜਦੋਂ ਬੰਦਾ ਥੁੱਕ ਸੁੱਟੇਗਾ, ਥੁੱਕ ਦੇ ਵਿੱਚ ਬਲੱਡ ਆ ਸਕਦਾ, ਉਹਨੂੰ ਹਾਈ ਗ੍ਰੇਡ ਫੀਵਰ ਹੋ ਸਕਦਾ ਬੰਦੇ ਨੂੰ। ਤੀਜਾ ਹੁੰਦਾ ਇੰਟੈਸਟਾਈਨ ਦੇ ਵਿੱਚ ਅਗਰ ਜ਼ਿਆਦਾ ਹੋ ਜਾਂਦੀ ਹੈ, ਜੇ ਆਪਣੇ ਖਾਣ ਪੀਣ ਵਾਲੇ ਜਿਹੜਾ ਆਂਤੜੀਆਂ ਹੁੰਦੀਆਂ ਅਗਰ ਉਹਨਾਂ 'ਚ ਹੋ ਜਾਂਦੀ ਹੈ ਤਾਂ ਕੀ ਹੋਏਗਾ, ਉਹਨੂੰ ਉਲਟੀ ਆ ਸਕਦੀ ਹੈ, ਖੂਨ ਦੀ ਉਲਟੀ ਵੀ ਆ ਸਕਦੀ ਹੈ, ਜਾਂ ਮੋਸ਼ਨ ਦੇ ਨਾਲ ਉਹਨੂੰ ਵਿੱਚ ਬਲੱਡ ਪਾਸ ਹੋ ਸਕਦਾ। ਇਹ ਵੀ ਬਹੁਤ ਵੱਡਾ ਵੀਕਨੈਸ ਉਹਨੂੰ ਕਾਫੀ ਫੀਲ ਹੋਏਗੀ, ਉਹਨੂੰ ਖਾਣਾ ਹਜਮ ਨਹੀਂ ਹੋਏਗਾ। ਇਸੇ ਤਰ੍ਹਾਂ ਅਗਰ ਸਕਿਨ 'ਚ ਹੋ ਜਾਂਦੀ ਹੈ, ਸਕਿਨ ਦੀ ਤਾਂ ਬਾਹਰੋਂ ਵੈਸੇ ਹੀ ਦੇਖ ਕੇ ਤੁਸੀਂ ਉਹਨੂੰ ਡਾਇਗਨੋਸ ਕਰ ਸਕਦੇ ਹੋ। ਦੂਜੀ ਗੱਲ, ਜੇ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਥੋੜ੍ਹਾ ਜਿਹਾ ਵੀ ਸ਼ੱਕ ਪੈਂਦਾ ਹੈ ਤਾਂ ਕੀ ਕੀਤਾ ਜਾਂਦਾ, ਇਹਨੂੰ ਅਸੀਂ ਫੰਗਸ ਨੂੰ ਇੱਕ ਸਵੈਬ ਜਿਹਨੂੰ ਕਹਿੰਦੇ ਹਾਂ ਜਾਂ ਕਲਚਰ ਲੈ ਕੇ ਉਹਨੂੰ ਕਲਚਰ ਕੀਤਾ ਜਾਂਦਾ ਕਲਚਰ ਮੀਡੀਆ ਦੇ ਵਿੱਚ। ਉਹ ਡਾਕਟਰ ਦਾ ਕੰਮ ਹੈ, ਡਾਕਟਰ ਸਵੈਬ ਲਏਗਾ, ਲੈਬੋਰਟਰੀ 'ਚ ਭੇਜੇਗਾ। ਲੇਕਿਨ ਜਦੋਂ ਤੱਕ ਰਿਪੋਰਟ ਆਉਂਦੀ ਹੈ, ਉਹਦੀ ਰਿਪੋਰਟ ਆਉਣ ਨੂੰ 2 ਜਾਂ 3 ਦਿਨ ਲੱਗ ਜਾਂਦੇ। ਉਸ ਤੋਂ ਪਹਿਲਾਂ ਅਗਰ ਡਾਕਟਰ ਨੂੰ ਡਾਊਟ ਹੈ ਤਾਂ ਪਹਿਲਾਂ ਹੀ ਨਾਲ ਦਵਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਐਂਫੋਟੈਰਾਸਿਨ B ਨਾਮ ਦੀ ਦਵਾਈ ਜਿਹੜੀ ਹੈ ਇਹਦੇ ਲਈ ਯੂਜ਼ ਹੁੰਦੀ ਹੈ ਮੋਸਟ ਕਾਮਨਲੀ, ਔਰ ਬਹੁਤ ਅੱਛਾ ਰਿਜ਼ਲਟ ਹੈ। ਡਾਕਟਰ ਸਾਹਿਬ, ਜਿਹੜੇ ਲੋਕਾਂ ਦੇ ਵਿੱਚ ਬਲੈਕ ਫੰਗਸ ਨਾਲ ਅੰਨਾਪਨ ਆ ਜਾਂਦਾ ਆ, ਕੀ ਚਾਂਸਸ ਆ ਕਿ ਉਹਨਾਂ ਦੀਆਂ ਅੱਖਾਂ ਠੀਕ ਹੋ ਸਕਦੀਆਂ ਨੇ, ਜਾਂ ਕਿਸ ਤਰੀਕੇ ਨਾਲ ਉਹ ਆਪਣਾ ਇਲਾਜ ਕਰਵਾ ਸਕਦੇ ਨੇ? ਦੇਖੋ, ਜੇ ਤਾਂ ਪੇਸ਼ੈਂਟ ਇਨੀਸ਼ੀਅਲ ਸਟੇਜ 'ਚ ਸਾਡੇ ਕੋਲ ਆ ਜਾਏ, ਜਦੋਂ ਤੱਕ ਉਹਦੀ ਅੱਖ ਦੀ ਰੋਸ਼ਨੀ ਬਰਕਰਾਰ ਹੈ, ਕੋਈ ਜ਼ਿਆਦਾ ਸਿੰਪਟਮ ਨਹੀਂ ਹੈਗੇ, ਤਾਂ ਬਹੁਤ ਅੱਛੀਆਂ ਮੈਡੀਸਨ ਹੈਗੀਆਂ। ਐਂਫੋਟੈਰਾਸਿਨ B ਨਾਮ ਦੀ ਮੈਡੀਸਨ ਹੈ ਜਿਹੜੀ ਅਸੀਂ ਦੇ ਕੇ ਉਹਨੂੰ ਬਚਾ ਸਕਦੇ ਹਾਂ। ਪਰ ਯੂਜ਼ਲੀ ਪੇਸ਼ੈਂਟ ਅਗਰ ਲੇਟ ਆਉਂਦਾ, ਪੇਸ਼ੈਂਟ ਦੀ ਅੱਖ ਦੀ ਨਜ਼ਰ ਵੀ ਚਲੀ ਗਈ ਤੇ ਸਵੈਲਿੰਗ ਵੀ ਜ਼ਿਆਦਾ ਹੈ, ਸਿੰਪਟਮ ਬਹੁਤ ਜ਼ਿਆਦਾ ਹੈ ਉਹਨੂੰ, ਤਾਂ ਇਸ ਕੰਡੀਸ਼ਨ ਦੇ ਵਿੱਚ ਇਕੱਲੀ ਦਵਾਈ ਕੰਮ ਨਹੀਂ ਕਰਦੀ। ਉਹਨੂੰ ਅਸੀਂ ਕਹਿੰਦੇ ਡਿਬਰਾਈਡਮੈਂਟ ਜਾਂ ਐਗਜ਼ੈਂਟਰੇਸ਼ਨ, ਜਿਹਦੇ ਵਿੱਚ ਪੂਰੀ ਅੱਖ ਨੂੰ ਹੀ ਕੱਢਣਾ ਪੈਂਦਾ, ਅੱਖ ਨੂੰ, ਇਸ ਕਰਕੇ ਤਾਂ ਕਿ ਪਿੱਛੇ ਉਹ ਬ੍ਰੇਨ ਦੀ ਤਰਫ ਨਾ ਫੈਲੇ। ਅਗਰ ਇਹ ਫੰਗਸ ਬ੍ਰੇਨ ਦੇ ਵਿੱਚ ਵੀ ਫੈਲ ਚੁੱਕੀ ਹੈ ਤਾਂ ਇਨੀਸ਼ੀਅਲ ਸਟੇਜ ਉਹਦੇ 'ਚ ਵੀ ਦਵਾਈ ਕੁਝ ਕੰਮ ਕਰਦੀ ਹੈ, ਪਰ ਅਗਰ ਥੋੜ੍ਹਾ ਜਿਹਾ ਵੀ ਲੇਟ ਹੋ ਜਾਏ ਤਾਂ ਇਹਨੂੰ ਬਚਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਜ਼ਿਆਦਾਤਰ ਜਾਨਲੇਵਾ ਜਿਹੜੀ ਹੈ ਸਾਬਿਤ ਹੁੰਦੀ। ਇਹ ਸਨ ਡਾਕਟਰ ਮਿੱਤਰਾ, ਜਿਨ੍ਹਾਂ ਨੇ ਦੱਸਿਆ ਕਿ ਬਲੈਕ ਫੰਗਸ ਤੋਂ ਕਿਹੜੇ ਸਿੰਪਟਮਸ ਨੇ। ਅਗਰ ਕਰੋਨਾ ਪੇਸ਼ੈਂਟ ਨੂੰ ਕਰੋਨਾ ਠੀਕ ਹੋਣ ਤੋਂ ਬਾਅਦ ਵੀ ਕੋਈ ਇਹੋ ਜਿਹੇ ਸਿੰਪਟਮਸ ਆਉਂਦੇ ਨੇ ਜਿਨ੍ਹਾਂ ਦੇ ਨਾਲ ਲੱਗਦਾ ਆ ਕਿ 1% ਚਾਂਸ ਵੀ ਹੋਵੇ ਕਿ ਉਹਨੂੰ ਬਲੈਕ ਫੰਗਸ ਹੋ ਸਕਦੀ ਹੈ, ਤਾਂ ਉਹਨਾਂ ਨੂੰ ਤੁਰੰਤ ਜਿਹੜੀ ਆ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਆ। ਜ਼ਿਆਦਾ ਵਹਿਮ 'ਚ ਨਹੀਂ ਫਸਣਾ ਚਾਹੀਦਾ, ਦੇਸੀ ਇਲਾਜ ਟੋਟਕੇ ਨਹੀਂ ਕਰਨੇ ਚਾਹੀਦੇ, ਤੇ ਜਲਦੀ ਤੋਂ ਜਲਦੀ ਡਾਕਟਰ ਕੋਲ ਪਹੁੰਚ ਕੇ ਆਪਣਾ ਇਲਾਜ ਜਿਹੜਾ ਆ ਉਹ ਕਰਵਾਉਣਾ ਚਾਹੀਦਾ ਆ। ਤੇ ਕੈਮਰਾਮੈਨ ਰਮਨ ਦੇ ਨਾਲ ਹਰਮਿੰਦਰ ਸਿੰਘ ਬਸਰਾ, ਨਵਰੰਗ TV, ਫਗਵਾੜਾ।